ਵਾਹਿਗੁਰੂ 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 ਵਾਹਿਗੁਰੂ। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਓ ਜੋ ਲੜੀਵਾਰ ਵਿਚਾਰ ਪਾਵਨ ਬਾਣੀ ਆਨੰਦ ਸਾਹਿਬ ਜੀ ਦੀ ਚੱਲ ਰਹੀ ਹੈ, ਹੁਣ ਤੱਕ 10 ਪੌੜੀਆਂ ਦੀ ਵਿਚਾਰ ਹੋਈ ਹੈ। ਅੱਜ 11ਵੀਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ। ਪਹਿਲਾਂ ਆਓ ਰਲ ਕੇ ਪੌੜੀ ਦਾ ਪਾਠ ਕਰੀਏ, ਫਿਰ ਜੈਸੇ ਜੈਸੀ ਮੇਰੇ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨਗੇ। ਜੁੜੋ ਪਿਆਰ ਨਾਲ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਪਿਛਲੀ ਪੌੜੀ ਵਿੱਚ ਗੁਰਦੇਵ ਨੇ ਮਨ ਨੂੰ ਸਮਝਾਉਂਦਿਆਂ ਦੱਸਿਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਸ ਪਾਵਨ ਪੌੜੀ ਵਿੱਚ ਗੁਰਦੇਵ ਕਿਰਪਾ ਕਰਦੇ ਹਨ ਕਿ ਇਹ ਮੇਰੇ ਮਨ ਹੋਰ ਪਾਸੇ ਦੌੜਨ ਦੀ ਬਜਾਏ, ਇਹ ਮੇਰੇ ਪਿਆਰੇ ਮਨ ਤੂੰ ਸਦਾ ਸੱਚ ਦੀ ਸੰਭਾਲ ਕਰ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਫਸਟ ਪਰਸਨ ਵਿੱਚ ਗੁਰਦੇਵ ਜੋ ਉੱਤਮ ਉਪਦੇਸ਼ਕ ਹੁੰਦਾ ਹੈ ਨਾ, ਉਹ ਫਸਟ ਪਰਸਨ ਵਿੱਚ ਉਪਦੇਸ਼ ਕਰਦਾ ਹੈ। ਉਪਦੇਸ਼ ਚੋ ਵਰਨਾ ਕੋ ਸਾਂਝਾ, ਇਹ ਸਾਰੀ ਸ੍ਰਿਸ਼ਟੀ ਵਾਸਤੇ, ਸ੍ਰਿਸ਼ਟੀ ਦੇ ਤਮਾਮ ਜੀਵ ਮਾਤਰਾਂ ਵਾਸਤੇ ਇਹ ਪਾਵਨ ਉਪਦੇਸ਼ ਮਨ ਦੀ ਰਾਹੀਂ ਗੁਰਦੇਵ ਸਮਝਾ ਰਹੇ ਹਨ
ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਤੂੰ ਸੱਚ ਦੀ ਸੰਭਾਲ ਕਰ। ਸੱਚ ਦੀ ਸੰਭਾਲ ਭਾਵ ਸੱਚ ਕੀ ਹੈ? ਉਹ ਪਰਿਪੂਰਨ ਪਰਮਾਤਮਾ ਹੀ ਸੱਚ ਹੈ, ਬਾਕੀ ਅਸਤ ਹੈ, ਮਿਥਿਆ ਹੈ। ਅੱਗੇ ਵੀ ਵਿਚਾਰ ਹੋਈ ਸੀ, ਜੋ ਹੋ ਕੇ ਵੀ ਨਹੀਂ ਰਹੇਗਾ ਉਹ ਹੈ ਮਿਥਿਆ ਜਾਂ ਅਸਤ, ਤੇ ਜੋ ਸਦੀਵੀ ਹੈ, ਹਰ ਸਮੇਂ ਹਰ ਕਾਲ ਹਰ ਦੇਸ਼ ਵਿੱਚ ਮੌਜੂਦ ਹੈ, ਉਹ ਹੈ ਸਤ। ਉਹ ਹੀ ਪਰਮਾਨੈਂਟ ਰਿਐਲਿਟੀ। ਇੱਕ ਹੁੰਦਾ ਸਬਜੈਕਟਿਵ ਟਰੁੱਥ, ਇੱਕ ਹੁੰਦਾ ਅਲਟੀਮੇਟ ਟਰੁੱਥ। ਪਰਮਾਤਮਾ ਅਲਟੀਮੇਟ ਟਰੁੱਥ, ਅਲਟੀਮੇਟ ਰਿਐਲਿਟੀ ਹੈ। ਹੋਰ ਬਾਕੀ ਸਭ ਸਬਜੈਕਟਿਵ ਟਰੁੱਥ ਹੈ ਪਰ ਰਹੇਗਾ ਨਹੀਂ। ਤੋ ਗੁਰਦੇਵ ਕਹਿੰਦੇ ਨੇ ਐਸੇ ਪਰਮਾਤਮਾ ਦੀ ਜੋ ਸਤ ਸਰੂਪ ਹੈ, ਜੋ ਸਦੀਵੀ ਹੋਂਦ ਵਾਲਾ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੂੰ ਉਸ ਸੱਚ ਦੀ ਸੰਭਾਲ ਕਰ, ਉਸ ਵਿੱਚ ਜੁੜਿਆ ਰਹੋ। ਹੋਰ ਜਿਹੜੇ ਪਾਸੇ ਤੂੰ ਦੌੜਦਾ ਹੈ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਹੀਂ ਤੇਰੇ ਨਾਲੇ। ਇਹ ਜੋ ਹੋਰ ਥਾਂ ਤੂੰ ਬੰਧਨਾਂ ਵਿੱਚ ਪਿਆ ਹੋਇਆ ਹੈ, ਪਰਿਵਾਰ ਦੇ, ਮਿੱਤਰਾਂ ਸੱਜਣਾ ਦੇ, ਸਾਕ ਸੰਬੰਧੀਆਂ ਦੇ, ਇਹ ਤੋੜ ਨਿਭਣ ਵਾਲੇ ਨਹੀਂ। ਠੀਕ ਹੈ, ਵਿਵਹਾਰ ਸੰਸਾਰ 'ਚ ਰਹਿਣਾ ਵਿਵਹਾਰ ਹੈ, ਲੇਕਿਨ ਇਸ ਨੂੰ ਪਕੜ ਕੇ ਨਾ ਬੈਠ ਜਾ, ਇਹ 'ਚ ਮੋਹ ਨਾ ਪਾ ਲੈ। ਇਸ ਤੋਂ ਵਿੱਚ ਰਹਿ ਕੇ ਵੀ ਉਪਰਾਮ ਰਹਿਣਾ ਹੈ। ਜੋਗੀਆਂ ਨੇ ਪੁੱਛਿਆ ਸੀ ਗੁਰੂ ਨਾਨਕ ਨੂੰ, ਗੁਰੂ ਨਾਨਕ ਦੁਨੀਆ ਸਾਗਰ ਦੁੱਤਰ ਕਹੀਐ, ਕਿਉ ਕਰ ਪਾਈਏ ਪਾਰੋ। ਚਰਪਟ ਬੋਲੇ ਅਵਧੂ, ਨਾਨਕ ਦੇਹੋ ਸੱਚਾ ਵਿਚਾਰੋ। ਹੇ ਗੁਰੂ ਨਾਨਕ, ਹੇ ਅਵਧੂਤ, ਅਵਧੂ ਕਹਿੰਦੇ ਨੇ ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਹੋ ਗਿਆ। ਹੇ ਗੁਰੂ ਨਾਨਕ, ਆਪ ਜੀ ਦੱਸੋ ਕਿ ਸੰਸਾਰ ਤੇ ਬੜਾ ਕਰੜਾ ਗਹਿਰਾ ਸਮੁੰਦਰ ਹੈ। ਦੁਨੀਆ ਸਾਗਰ ਦੁੱਤਰ, ਇਹ ਸ਼ਬਦ ਬਣਿਆ ਹੈ ਹਿੰਦੀ ਜਾਂ ਸੰਸਕ੍ਰਿਤ ਦੇ ਸ਼ਬਦ ਦੁਸ਼ਤਰ ਤੋਂ, ਟਫ, ਔਖਾ। ਤੇ ਕਿਵੇਂ ਇਸ ਦੇ ਪਾਰ ਹੋ ਜਾਈਏ? ਪਾਤਸ਼ਾਹ ਕਹਿੰਦੇ ਨੇ ਜੈਸੇ ਜਲ ਤੇ ਕਮਲ ਨਿਰਾਲਮ। ਜਿਸ ਤਰ੍ਹਾਂ ਪਾਣੀ ਵਿੱਚ ਰਹਿ ਕੇ ਕਮਲ ਦਾ ਫੁੱਲ ਪਾਣੀ ਵਿੱਚ ਡੁੱਬਦਾ ਨਹੀਂ, ਭਿੱਜਦਾ ਨਹੀਂ, ਉਪਰਾਮ ਰਹਿੰਦਾ ਹੈ। ਪਾਣੀ ਵਿੱਚ ਹੀ ਪੈਦਾ ਹੁੰਦਾ ਹੈ, ਲੇਕਿਨ ਪਾਣੀ ਤੋਂ ਉੱਤੇ ਰਹਿੰਦਾ ਹੈ। ਮੁਰਗਾਈ ਨੇ ਸਾਨੇ, ਮੁਰਗਾਬੀ ਨਾਮਕ ਪੰਛੀ ਪਾਣੀ ਵਿੱਚ ਡੁਬਕੀ ਲਗਾ ਕੇ ਵੀ ਉਹਦੇ ਪੰਖ ਨਹੀਂ ਭਿੱਜਦੇ, ਫਿਰ ਉੜ ਜਾਂਦਾ ਹੈ। ਐਸੇ ਸੰਸਾਰ ਵਿੱਚ ਤੂੰ ਉਪਰਾਮ ਹੋ ਕੇ ਰਹਿਣਾ ਹੈ, ਮੋਹ ਦੇ ਬੰਧਨ ਵਿੱਚ ਫਸਣਾ ਨਹੀਂ ਹੈ। ਆਪਣੀਆਂ ਡਿਊਟੀਆਂ ਆਪਣੇ ਪਰਿਵਾਰ ਪ੍ਰਤੀ, ਆਪਣੇ ਬਜ਼ੁਰਗਾਂ ਪ੍ਰਤੀ, ਆਪਣੇ ਪਤੀ ਜਾਂ ਪਤਨੀ ਪ੍ਰਤੀ ਸਾਰੀਆਂ ਨਿਭਾਉਣੀਆਂ ਨੇ। ਕਾਰ ਵਿਹਾਰ ਵੀ ਕਰਨੇ ਨੇ, ਰੁਜ਼ਗਾਰ ਵੀ ਕਮਾਉਣਾ ਹੈ। ਗੁਰੂ ਦੇ ਪਵਿੱਤਰ ਉਪਦੇਸ਼ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਬਟ ਉਹਦੇ ਮੋਹ ਵਿੱਚ ਨਹੀਂ ਪੈਣਾ, ਉਹਦਾ ਹੰਕਾਰ ਨਹੀਂ ਕਰਨਾ। ਅੰਦਰੋਂ ਜਿਹੜੀ ਲਿਵ ਹੈ ਉਹ ਪਰਮੇਸ਼ਵਰ ਨਾਲ ਜੁੜੀ ਰਹੇ, ਕਿਉਂਕਿ ਇਹ ਸਭ ਟੈਂਪਰੇਰੀ ਨੇ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਰਹਿਤ ਸਦਾ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜੋ ਪਤਨੀ ਹੈ ਉਹਦਾ ਐਗਜ਼ਾਮਪਲ ਦੇ ਕੇ ਕਹਿੰਦੇ ਨੇ, ਜੋ ਦਿਨ ਰਾਤ ਨਾਲ ਰਹਿੰਦੀ ਹੈ, ਪਰ ਜਦੋਂ ਸਰੀਰ ਦੇ ਵਿੱਚੋਂ ਉਹ ਰੱਬੀ ਜੋਤ ਚਲੀ ਜਾਂਦੀ ਹੈ ਤਾਂ ਉਹਨੂੰ ਡਰ ਲੱਗਦਾ ਹੈ ਕੋਈ ਪ੍ਰੇਤ ਹੈ। ਤੇ ਕਹਿੰਦੇ ਇਸੇ ਸਾਰੇ ਇਹ ਬਿਦ ਕੋ ਵਿਵਹਾਰ ਬਣਿਆ ਹੋਇਆ, ਕੋ ਕਾਹੂ ਕੋ ਨਾਹੀ। ਪਾਤਸ਼ਾਹ ਕਹਿੰਦੇ ਨੇ, ਨੌਵੇਂ ਪਾਤਸ਼ਾਹ, ਇਹ ਵਿਵਹਾਰ ਹੀ ਐਸਾ ਹੈ, ਬਸ ਇੱਕ ਪਰਮੇਸ਼ਵਰ ਤੋਂ ਇਲਾਵਾ ਕੋਈ ਤੋੜ ਨਿਭਦਾ ਨਹੀਂ। ਇਸ ਕਰਕੇ ਪਾਤਸ਼ਾਹ ਬਾਣੀ ਥਾਂ ਥਾਂ ਤੇ ਕਿਹਾ ਹੈ, ਢੂੰਡ ਸੱਜਣ ਸੰਤ ਪੱਕਿਆਂ, ਕਚੜਿਆਂ ਸਿਉ ਤੋੜ, ਉਹ ਜੀਵੰਦੇ ਵਿਛੜੇ, ਉਹ ਮੋਇਆ ਨਾ ਜਾਏ ਛੋੜ। ਜਿਸਨੇ ਮੋਇਆ ਪਿੱਛੋਂ ਵੀ ਤੇਰਾ ਸਾਥ ਨਹੀਂ ਛੋੜਨਾ, ਤੇਰੀ ਸਾਰ ਸੰਭਾਲ ਤੋੜ ਕਰਨੀ ਹੈ, ਤੂੰ ਉੱਥੇ ਮਿੱਤਰਤਾ ਪਾ, ਉੱਥੇ ਸੱਜਣ ਬਣਾ, ਉਸ ਨੂੰ ਆਪਣਾ ਬਣਾ। ਸੋ ਸਾਜਨ ਮੇਰਾ ਮਨ ਚਾਹੇ, ਆਦ ਮੱਧ ਜੋ ਅੰਤ ਨਿਭਾਏ। ਅਲਟੀਮੇਟ। ਪਾਤਸ਼ਾਹ ਕਹਿੰਦੇ ਨੇ,
ਸਾਥ ਤੇਰੇ ਚਲੇ ਨਾਹੀ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ। ਪਰ ਪਾਸ਼ਾ ਸੰਸਾਰ ਛੋੜ ਕੇ ਭਜਨ ਨਹੀਂ ਕਹਿੰਦੇ। ਪਾਸ਼ਾ ਨੇ ਕਿਹਾ ਗ੍ਰਸਤੀ ਧਰਮ ਬੜਾ ਉੱਚਾ ਧਰਮ ਹੈ, ਤੇ ਗ੍ਰਸਤੀ 'ਚ ਸਭ ਰਿਸ਼ਤੇਦਾਰੀਆਂ, ਪਰਿਵਾਰਜਨ, ਕਾਰ ਵਿਹਾਰ ਦੇ ਮਿੱਤਰ ਸੱਜਣ ਸਭ ਆ ਜਾਂਦੇ ਨੇ। ਪਰ ਕਹਿੰਦੇ ਮੋਹ 'ਚ ਖਚਤ ਨਹੀਂ ਹੋਣਾ, ਇੱਥੇ ਭਾਵ ਹੈ ਖਚਤ ਹੋਣ ਤੋਂ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਕੋਈ ਤੋੜ ਨਿਭਣ ਵਾਲੇ ਨਹੀਂ ਇਹਦੇ 'ਚ ਕੋਈ ਵੀ। ਸਾਥ ਤੇਰੇ ਚਲੇ ਨਾਹੀ, ਤਿਸ ਨਾਲ ਕਿਉਂ ਚਿਤ ਲਾਈਏ। ਪਰ ਜਿਹਨੇ ਤੋੜ ਨਿਭਣਾ ਹੀ ਨਹੀਂ, ਫਿਰ ਉਹਦੇ 'ਚ ਮੋਹ ਕਿਉਂ ਪਾਈਏ, ਚਿੱਤ ਭਾਵ ਮੋਹ ਕਿਉਂ ਪਾਈਏ, ਉਹਦੇ ਮੋਹ ਮਾਇਆ ਦੇ ਜਾਲ 'ਚ ਕਿਉਂ ਫਸੀਏ। ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ। ਐਸਾ ਕੰਮ ਬਈ ਕਰਨਾ ਹੀ ਕਿਉਂ ਜਿਹਦੇ ਅਖੀਰ ਤੇ ਪਛਤਾਵਾ ਲੱਗੇ। ਸਾਰੀ ਜ਼ਿੰਦਗੀ ਪਰਿਵਾਰ ਵਿੱਚ, ਰਿਸ਼ਤੇਦਾਰੀਆਂ ਵਿੱਚ, ਦੋਸਤਾਂ ਮਿੱਤਰਾਂ ਵਿੱਚ, ਕਾਰ ਵਿਹਾਰ ਵਿੱਚ ਖਚਤ ਰਹੇ ਤੇ ਰੱਬ ਦੀ ਸੰਭਾਲ ਹੀ ਨਹੀਂ ਕੀਤੀ। ਸ਼ਾਇਦ ਅੱਗੇ ਵੀ ਕਥਾ ਦਾ ਜ਼ਿਕਰ ਆਇਆ ਸੀ। ਇੱਕ ਬੜਾ ਸੁੰਦਰ ਪ੍ਰਮਾਣ ਮਹਾਂਪੁਰਸ਼ ਦੱਸਦੇ ਸਨ, ਸਾਖੀ ਸੁਣਾਉਂਦੇ, ਕਥਾ ਸੁਣਾਉਂਦੇ ਸਨ, ਕਹਾਣੀ ਕਹਿ ਲਓ, ਕਿਉਂਕਿ ਇਹ ਸਭ ਸੱਚ ਵੱਲ ਇਸ਼ਾਰੇ ਨੇ। ਇੱਕ ਰਾਜੇ ਦੀ ਪਤਨੀ ਨੇ ਦੇਖਿਆ ਰਾਜਾ ਸਤਸੰਗ ਵਿੱਚ ਨਹੀਂ ਜਾਂਦਾ, ਸਾਰਾ ਦਿਨ ਰਾਤ ਆਪਣੇ ਕਾਰ ਵਿਹਾਰ ਵਿੱਚ ਰਹਿਸ਼ ਇਸ਼ਰਤ ਵਿੱਚ ਰਹਿੰਦਾ ਹੈ, ਤੇ ਪਤਨੀ ਸਤਸੰਗਨ ਸੀ। ਪਿਆਰ ਬੜਾ ਸੀ ਰਾਜੇ ਦਾ ਪਤਨੀ ਨਾਲ, ਪਤਨੀ ਸਿਆਣੀ ਬੜੀ ਸੀ। ਕਹਿੰਦੀ ਰਾਜਨ ਤੂੰ ਮਹਾਮੂਰਖ ਹੈ। ਮਹਾਮੂਰਖ ਤੋਂ ਭਾਵ ਸੀ ਵੀ ਤੂੰ ਵੇਲਾ ਤੇ ਸੰਭਾਲ ਹੀ ਨਹੀਂ ਰਿਹਾ। ਤੇ ਰਾਜੇ ਦੇ ਦਿਲ ਨੂੰ ਚੋਟ ਲੱਗ ਗਈ। ਹੁਣ ਪਤਨੀ ਨੂੰ ਤੇ ਕੁਝ ਕਹਿ ਨਾ ਸਕਿਆ ਕਿ ਜਾਣਦਾ ਸੀ ਪਤਨੀ ਬੜੀ ਵਿਦਵਾਨ ਹੈ, ਉਸਦਾ ਆਦਰ ਕਰਦਾ ਸੀ। ਪਰ ਵਜ਼ੀਰ ਨੂੰ ਕਹਿੰਦਾ ਮੇਰੇ ਦੇਖ ਕੇ ਦੱਸ ਕਿ ਮੇਰੇ 'ਚ ਮੂਰਖਾਂ ਵਾਲੀ ਕਿਹੜੀ ਗੱਲ ਹੈ, ਮੇਰੀ ਪਤਨੀ ਨੇ ਤਾਂ ਮੈਨੂੰ ਮਹਾਮੂਰਖ ਕਹਿ ਦਿੱਤਾ। ਵਜ਼ੀਰ ਕਹਿੰਦਾ ਐਸੀ ਕੋਈ ਗੱਲ ਨਹੀਂ ਰਾਜਨ, ਤੁਸੀਂ ਸਿਆਣੇ ਹੋ, ਰਾਜ ਭਾਗ ਚਲਾ ਰਹੇ ਹੋ। ਕਹਿੰਦਾ ਨਹੀਂ, ਕੋਈ ਗੱਲ ਜ਼ਰੂਰ ਹੈ, ਸ਼ਹਿਰ ਦੇ ਮੂਰਖ ਇਕੱਠੇ ਕਰ, ਮੈਂ ਦੇਖਣਾ ਚਾਹੁੰਦਾ ਮੇਰੀ ਤੇ ਉਹਨਾਂ ਦੇ ਵਿੱਚ ਕਿਹੜੀ ਐਸੀ ਗੱਲ ਹੈ ਜੋ ਕਾਮਨ ਹੈ। ਬੁਲਾ ਲਿਆ ਰਾਜਾ ਦਾ ਹੱਠ, ਕਹਿੰਦੇ ਰਾਜ ਹੱਠ, ਬਾਲ ਹੱਠ, ਤ੍ਰਿਆ ਹੱਠ। ਵਜ਼ੀਰ ਨੇ ਸ਼ਹਿਰ ਦੇ ਮੂਰਖ ਇਕੱਠੇ ਕਰ ਲਏ। ਇਕੱਠੇ ਹੋ ਕੇ ਆਏ, ਉਹਨਾਂ ਵੱਲ ਦੇਖਦਾ ਰਾਜਾ, ਉਹਨਾਂ ਦੀ ਗੱਲਾਂ ਬਾਤਾਂ ਕਰਦਾ ਤੇ ਕਹਿੰਦਾ ਇਹਨਾਂ ਵਿੱਚ ਤਾਂ ਕੋਈ ਗੱਲ ਹੈ ਨਹੀਂ, ਮੇਰੇ 'ਚ ਕੋਈ ਐਸੀ ਗੱਲ ਨਹੀਂ ਜਿਹੜੀ ਇਹਨਾਂ ਵਰਗੀ ਹੋਵੇ। ਖੈਰ ਉਹਨਾਂ ਵਿੱਚੋਂ ਇੱਕ ਜ਼ਿਆਦਾ ਮੂਰਖ ਲੱਗਾ ਰਾਜੇ ਨੂੰ, ਉਹਨੂੰ ਬੁਲਾ ਕੇ ਕਹਿੰਦਾ ਅੰਗੂਠੀ ਲੈ ਜਾ, ਆਪਣੀ ਕੀਮਤੀ ਅੰਗੂਠੀ ਦੇ ਕੇ ਕਹਿੰਦਾ ਇਹ ਤੂੰ ਪਾ ਲੈ, ਪਰ ਜੇ ਤੈਨੂੰ ਆਪਣੇ ਤੋਂ ਵੱਡਾ ਕੋਈ ਮੂਰਖ ਮਿਲ ਜਾਏ ਤੇ ਅੰਗੂਠੀ ਉਹਨੂੰ ਪਵਾ ਦੇਈਂ ਤੇ ਮੇਰੇ ਕੋਲ ਉਹਨੂੰ ਲੈ ਆਈ, ਮੈਂ ਤੈਨੂੰ ਮਾਲਾ ਮਾਲ ਕਰ ਦਿਆਂਗਾ। ਸਮਾਂ ਬੀਤ ਗਿਆ, ਅਖੀਰ ਸਮਾਂ ਆ ਗਿਆ ਰਾਜੇ ਦਾ। ਧਿਆਨ ਪਈ ਪਤਨੀ ਦੀ ਗੱਲ ਅਜੇ ਵੀ ਚੋਟ ਕਰ ਰਹੀ ਹੈ ਕਿ ਮੈਂ ਮਹਾਮੂਰਖ ਹਾਂ। ਬੁਲਾ ਭੇਜਿਆ ਉਸ ਮੂਰਖ ਨੂੰ ਜਿਹਨੂੰ ਅੰਗੂਠੀ ਪਾਈ ਸੀ। ਅੰਗੂਠੀ ਉਹਦੇ ਹੱਥ ਹੀ ਸੀ। ਆ ਗਿਆ, ਕਹਿੰਦਾ ਕਿਉਂ ਭਾਈ, ਤੈਨੂੰ ਆਪਣੇ ਤੋਂ ਵੱਡਾ ਕੋਈ ਮੂਰਖ ਨਹੀਂ ਲੱਭਾ? ਮੈਂ ਸਮਝਦਾ ਬਹੁਤ ਸਿਆਣਾ ਸੀ। ਤਾਂ ਹੀ ਉਹਨੇ ਕਿਹਾ, ਕਹਿੰਦਾ ਮਹਾਰਾਜ ਮੈਂ ਦੇਖਿਆ ਮੇਰੇ ਤੋਂ ਵੱਡਾ ਮੂਰਖ ਤੇ ਕੋਈ ਹੈ ਹੀ ਨਹੀਂ, ਨਹੀਂ ਤੇ ਕੋਈ ਹੋਰ ਹੁੰਦਾ ਤੇ ਕਹਿੰਦਾ ਜੀ ਮੈਂ ਤੋਂ ਵੱਡਾ ਸਿਆਣਾ ਹੀ ਕੋਈ ਨਹੀਂ। ਉਹਨੇ ਕਹਿੰਦੀ ਮੈਂ ਹੀ ਮੂਰਖ ਹਾਂ। ਰਾਜਾ ਕਹਿੰਦੇ ਠੰਡੀ ਸਾਹ ਭਰੀ, ਕਹਿੰਦਾ ਅੱਛਾ ਭਾਈ ਮੈਂ ਤੇ ਚੱਲਾਂ। ਮੂਰਖ ਨੇ ਸੁਭਾਵਿਕ ਪੁੱਛ ਲਿਆ ਵੀ ਕਿੱਧਰ ਚੱਲੇ ਹੋ? ਕਹਿੰਦਾ ਦੂਜੇ ਦੇਸ਼। ਕਹਿੰਦਾ ਕਦੋਂ ਮੁੜੋਗੇ? ਕਹਿੰਦਾ ਹੈ ਕੋਈ ਖਬਰ ਨਹੀਂ, ਅਗਲੀ ਕਿਛ ਖਬਰ ਨਾ ਪਏ। ਕਹਿੰਦਾ ਮਹਾਰਾਜ ਨਾਲ ਕੌਣ ਜਾ ਰਿਹਾ? ਕਹਿੰਦਾ ਉੱਥੇ ਨਾਲ ਹੀ ਕੋਈ ਨਹੀਂ ਜਾਂਦਾ। ਫਿਰ ਇੰਨਾ ਲੰਬਾ ਸਫ਼ਰ ਹੈ, ਕੋਈ ਹਾਥੀ ਘੋੜੇ ਖਜ਼ਾਨੇ, ਕੋਈ ਸਿਪਾਹੀ, ਕੋਈ ਵਜ਼ੀਰ। ਕਹਿੰਦਾ ਕੁਝ ਨਾਲ ਨਹੀਂ ਜਾ ਰਿਹਾ। ਕਹਿੰਦਾ ਫਿਰ ਗੁਜਰਾਨ ਕਿਵੇਂ ਕਰੋਗੇ? ਖਜ਼ਾਨਾ ਦੇ ਨਾਲ ਲਿਜਾ ਰਹੇ ਹੋਵੋਗੇ, ਪਾਣੀ ਜਲ ਵਾਸਤੇ ਕੋਈ ਇੰਤਜ਼ਾਮ ਕੀਤਾ ਹੋਏਗਾ? ਕਹਿੰਦਾ ਨਹੀਂ ਉੱਥੇ ਚੱਲਦਾ ਨਹੀਂ। ਮੂਰਖ ਬੜਾ ਹੈਰਾਨ ਹੋਇਆ, ਕਹਿੰਦਾ ਅੱਛਾ ਰਾਜਨ, ਫਿਰ ਉੱਥੇ ਜੋ ਚੱਲਦਾ ਉਹਦਾ ਇੰਤਜ਼ਾਮ ਤੇ ਕੀਤਾ ਹੀ ਹੋਣਾ। ਰਾਜੇ ਨੇ ਠੰਡੀ ਸਾਹ ਭਰੀ, ਕਹਿੰਦਾ ਭਾਈ ਉਹ ਮੈਂ ਕੁਛ ਨਹੀਂ ਕੀਤਾ। ਮੂਰਖ ਨੇ ਅੰਗੂਠੀ ਲਾਈ ਤੇ ਰਾਜੇ ਦੇ ਹੱਥ ਪਵਾ ਦਿੱਤੀ। ਕਹਿੰਦਾ ਫੜੋ ਰਾਜਨ, ਅੱਜ ਮੈਨੂੰ ਪਤਾ ਲੱਗ ਗਿਆ ਮੇਰੇ ਤੋਂ ਵੱਡਾ ਮੂਰਖ ਵੀ ਕੋਈ ਹੈ। ਜਿਹਨੂੰ ਪਤਾ ਸਫ਼ਰ 'ਤੇ ਜਾਣਾ ਹੈ, ਜਿਹਨੂੰ ਪਤਾ ਅਗਲੇ ਦੇਸ਼ ਜਾਣਾ ਹੈ, ਤੇ ਉਹਨੇ ਕੋਈ ਤਿਆਰੀ ਨਹੀਂ ਕੀਤੀ, ਤੇ ਤੇਰੇ ਤੋਂ ਵੱਡਾ ਮੂਰਖ ਹੋਰ ਕਿਹੜਾ ਹੈ?
ਇਹ सब साड़ी सब की कहानी यही है। पता है अगले देश जाना है, पर फसे हुए अपने कुटुंब परिवार रिश्तेदारियां में, संसार ਨੂੰ खुश ਕਰਨ ਵਿੱਚ, अपना आपा जतलान ਵਿੱਚ कि लोकी मेरे ਵੱਲ देखन, मेरी महिमा गायन करन, मैनू उच्चा समझन, इंप्रैस अपॉन कर रहे हैं। पर यह दूर तक नाल नहीं जाएगा। साथ तेरे चले ना ही, जिहड़ी चीज़ साथ जानी नहीं ਉਹਦੇ ਨਾਲ फिर मोह क्यों पाना। गुरुदेव कहते हैं ऐसा काम मूले ना कीजिए। ऐसा काम तो मूलों ही बेसिकली गलत है, ਜਿਹਦੇ ਕਰਨ ਨਾਲ ਅਖੀਰ ਤੇ ਪਛਤਾਵਾ ਲੱਗੇ। ਸਿਆਣਾ ਬੰਦਾ ਤੇ ਉਹ ਹੈ, ਗੁਰੂ ਪਾਤਸ਼ਾਹ ਬਾਣੀ 'ਚ ਵੀ ਕਿਹਾ ਦੇ ਲੰਬੀ ਨਜ਼ਰ ਨਿਹਾਲੀ ਹੈ, ਦੂਰ ਦ੍ਰਿਸ਼ਟੀ ਨਾਲ ਦੇਖੇ ਬੰਦਾ ਭਈ ਅੱਗੇ ਕੀ ਕੰਮ ਆਉਣਾ ਹੈ। ਇਹ ਤੇ ਟੈਂਪਰੇਰੀ 60 70 80 ਸਾਲ ਦਾ ਜੀਵਨ ਹੈ, 100 ਸਾਲ ਦਾ ਕਿਸੇ ਦਾ ਹੋਏਗਾ, ਪਰ ਉਸ ਤੋਂ ਬਾਅਦ ਇਹ ਤੇ ਇੱਕ ਛੋਟਾ ਜਿਹਾ ਪੜਾਅ ਹੈ ਜਿਵੇਂ ਜ਼ਿੰਦਗੀ ਦਾ। ਸਾਡੀ ਤੇ ਅਵਸਥਾ ਹੀ ਐਸੀ ਹੈ, ਕਰੋੜਾਂ ਜਨਮ ਸਾਡੇ ਹੋ ਚੁੱਕੇ ਨੇ, ਤੇ ਕਿਉਂ ਸੇ ਫਸੇ ਹੋਏ ਨੇ ਕੰਮਾਂ 'ਚ। ਐਸਾ ਕੰਮ ਮੂਲੇ ਨਾ ਕੀਜੇ। ਪਰ ਮੇਰੀ ਗੱਲ ਦਾ ਮਤਲਬ ਨਾ ਕਰ ਲੈਣਾ ਕਿ ਸੰਸਾਰ ਛੋੜ ਕੇ ਬੈਠ ਜਾਓ। ਬਸ ਇਤਨਾ ਹੈ ਕਿ ਸੰਸਾਰ ਨੂੰ ਪਕੜਨਾ ਨਹੀਂ ਹੈ, ਛੋੜਨ ਦੀ ਲੋੜ ਨਹੀਂ ਹੈ, ਪਕੜਨਾ ਨਹੀਂ ਹੈ, ਉਹਦੇ 'ਚ ਪਕੜਨਾ ਮਜ਼ਬੂਤ ਕਰੇ। ਇਹ ਨਹੀਂ ਕਿ ਸਭ ਕੁਝ ਸੰਸਾਰ ਹੈ, ਇਹ ਜਗ ਮਿੱਠਾ ਉਹ ਕਿਸ ਡਿੱਠਾ, ਉਹ ਕੰਮ ਨਾ ਹੋਵੇ। ਅੰਦਰ ਚਿੱਤ ਯਾਰ ਵੱਲ, ਹੱਥ ਕਾਰ ਵੱਲ, ਅੰਦਰੋਂ ਪਤਾ ਹੋਵੇ ਕਿ ਇਹ ਟੈਂਪਰੇਰੀ ਸਭ ਰਿਲੇਸ਼ਨਸ਼ਿਪਸ, ਸਭ ਅਡੰਬਰ ਟੈਂਪਰੇਰੀ ਨੇ, ਮੋਮੈਂਟਰੀ ਨੇ, ਅਸਲ ਟਿਕਾਣਾ ਕੋ ਹੋਰ ਹੈ। ਅੰਦਰੋਂ ਇਹ ਅਹਿਸਾਸ ਹੋਵੇ ਤੇ ਫਿਰ ਸੰਸਾਰ ਵਿੱਚ ਬੰਦਾ। ਮਹਾਂਪੁਰਸ਼ ਬੜੀ ਸੁੰਦਰ ਗੱਲ ਕਰਦੇ ਨੇ, ਪ੍ਰਮਾਣ ਦਿੰਦਿਆਂ ਹੋਇਆਂ ਇੱਕ ਵਾਰੀ ਮਹਾਂਪੁਰਸ਼ਾਂ ਪਾਸ ਬੈਠੇ ਸੀ ਤੇ ਕੋਈ ਗੱਲ ਚੱਲੀ ਤੇ ਕਹਿਣ ਲੱਗੇ, ਪਾਲ ਜੀ ਇੱਕ ਵਾਰੀ ਰਿੜਕ ਕੇ ਨਾ ਲੱਸੀ ਵਿੱਚੋਂ ਮੱਖਣ ਕੱਢ ਲਓ। ਇੱਕ ਵਾਰੀ ਦਹੀਂ ਰਿੜਕ ਕੇ ਮੱਖਣ ਕੱਢ ਲਓ, ਫਿਰ ਭਾਵੇਂ ਉਹ ਪਿਆ ਲੱਸੀ 'ਚ ਜੇ, ਫਿਰ ਮੱਖਣ ਦਾ ਵਿਗੜਦਾ ਕੁਝ ਨਹੀਂ। ਇੱਕ ਵਾਰੀ ਤੱਤ ਪਕੜ ਲਿਆ ਵੀ ਸੰਸਾਰ ਝੂਠਾ ਹੈ, ਫਿਰ ਪੇ ਸੰਸਾਰ 'ਚ ਵਿਚਰੋ। ਛੋੜ ਕੇ ਦੌੜਨਾ ਥੋੜ੍ਹੀ ਹੈ, ਛੋੜਨਾ ਨਹੀਂ, ਮੈਂ ਪਕੜ ਨਹੀਂ ਰੱਖਣੀ। ਐਂਜ ਮੱਖਣ ਵਾਂਗਰ ਤਰ ਜਾਣਾ ਹੈ। ਉਹ ਬੜੀ ਗੱਲ ਦਿਲ ਨੂੰ ਲੱਗੀ, ਪ੍ਰੈਕਟੀਕਲ ਗੱਲ ਹੈ। ਇੱਕ ਵਾਰੀ ਤੱਤ ਨਿਕਲ ਆਏ ਤੇ ਫਿਰ ਬਸ ਮੱਖਣ ਭਾਵੇਂ ਲੱਸੀ 'ਚ ਪਿਆ ਰਹੇ, ਫਿਰ ਕੁਝ ਨਹੀਂ ਜਾਂਦਾ। ਗੁਰਦੇਵ ਕਿਰਪਾ ਕਰਦੇ ਹਨ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਸਤਿਗੁਰ ਕਾ ਉਪਦੇਸ਼ ਸੁਣ ਤੂੰ। ਕੋਈ ਕੰਮ ਕਰ, ਗੁਰੂ ਦਾ ਉਪਦੇਸ਼ ਸੁਣ, ਹੋਵੇ ਤੇਰੇ ਨਾਲ। ਗੁਰੂ ਉਪਦੇਸ਼ ਕੀ ਹੈ? ਨਾਮ ਜਪੋ, ਬਾਣੀ ਪੜ੍ਹੋ, ਸਾਰਾ ਗੁਰੂ ਉਪਦੇਸ਼ ਹੈ। ਜਿਤਨੀ ਬਾਣੀ ਹੈ ਉਪਦੇਸ਼ ਰੂਪ ਹੈ। ਜੀਵਨ ਜਾਚ ਸਿਖਾਉਂਦੀ ਹੈ, ਸੱਤ ਦੀ ਗੱਲ ਸਮਝਾਉਂਦੀ ਹੈ, ਕਿਵੇਂ ਸੰਸਾਰ ਵਿੱਚੋਂ ਉਪਰਾਮ ਹੋ ਕੇ ਨਿਕਲ ਜਾਣਾ ਹੈ, ਉਹ ਗੱਲ ਸਮਝਾਉਂਦੀ ਹੈ ਬਾਣੀ। ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਤੇ ਅਖੀਰ ਤੱਕ ਇਹ ਸ਼ਬਦ ਹੀ, ਇਹ ਨਾਮ ਹੀ ਤੇਰਾ ਸਹਾਈ ਹੋਏਗਾ। ਜਿਹੇ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਹਾਂ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਉੱਥੇ ਤੇਰੀ ਪਛਾਣ ਪਰਮਾਤਮਾ ਦਾ ਨਾਮ ਹੋਏਗਾ। ਤੂੰ ਉਹ ਸੰਭਾਲ ਕਰ, ਉਹ ਸੱਤ ਸੰਭਾਲ। ਨਾਮ ਸਤ ਹੈ, ਪਰਮੇਸ਼ਰ ਸਤ ਹੈ। ਨਾਮ ਨਾਮੀ ਚ ਭੇਦ ਹੈ। ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਇੱਕ ਵਾਰੀ ਫਿਰ ਦੁਹਰਾ ਕੇ ਮੇਰੇ ਗੁਰਦੇਵ ਸਮਝਾ ਰਹੇ ਹਨ, ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਤੂੰ ਸਦਾ ਹੀ ਸੱਚ ਦੀ ਸੰਭਾਲ ਕਰ। ਸੰਸਾਰ ਅਸਤ ਹੈ, ਇਸ ਦੇ ਵੱਲ ਜ਼ਿਆਦਾ ਇਹਦੀ ਪਕੜ ਮਜ਼ਬੂਤ ਕਰਨ ਦੀ ਲੋੜ ਨਹੀਂ। ਤੂੰ ਉਸ ਸਤ ਨਾਲ, ਉਸ ਪਰਮੇਸ਼ਵਰ ਨਾਲ ਪਿਆਰ ਪਾ। ਆਦ ਮਧ ਜੋ ਅੰਤ ਨਿਭਾਏ, ਸੋ ਸਾਜਨ ਮੇਰਾ ਮਨ ਚਾਹੇ। ਆਦ ਮਧ ਜੋ ਅੰਤ ਨਿਭਾਏ, ਜੋ ਸਦੀਵੀ ਤੇਰਾ ਸਹਾਈ ਹੋਏਗਾ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਉਹ ਆਪ ਹੀ अपने विच लीन कर देगा। आज इतनी ही सेवा परवान करनी प्यारी साध संगत।
ਬਾਣੀ ਅਗਾਧ ਬੋਧ ਹੈ। ਬਾਣੀ ਪੜ੍ਹਦਿਆਂ, ਬਾਣੀ ਵਿਚਾਰਦਿਆਂ ਅਨੇਕ ਭੁੱਲਾਂ ਹੋ ਜਾਂਦੀਆਂ। ਆਪ ਸੰਗਤ ਰੂਪ ਹੋ, ਗੁਰੂ ਰੂਪ ਹੋ, ਭੁੱਲਾਂ ਬਖਸ਼ ਦੇਣੀਆਂ। ਸਤਿਗੁਰ ਪਾਤਸ਼ਾਹ ਰਹਿਮਤ ਕਰਨ। ਬਾਣੀ ਦੀ ਸੋਝੀ, ਬਾਣੀ ਦਾ ਗਿਆਨ, ਬਾਣੀ ਦਾ ਪ੍ਰਕਾਸ਼ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਕਰ ਦੇਣ। ਬਾਣੀ ਦੇ ਭਾਵ ਪੜ੍ਹਦਿਆਂ ਸੁਣਦਿਆਂ ਦੇ ਹਿਰਦਿਆਂ ਵਿੱਚ ਵਸਾ ਦੇਣ। ਅਸੀਸ ਰੂਪੀ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।